ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਬਿਨ ਸਤਿਗੁਰ ਸੇਵੈ ਕੋਈ ਨ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹਨਾਂ ਬਚਨਾਂ ਰਾਹੀਂ ਸਤਿਗੁਰੂ ਅੰਮ੍ਰਿਤ ਦੀ ਗੱਲ ਕਰ ਰਹੇ ਹਨ। ਅੰਮ੍ਰਿਤ, ਇੱਕ ਅੰਮ੍ਰਿਤ ਸਾਨੂੰ ਦਸਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਤੇ ਇੱਕ ਅੰਮ੍ਰਿਤ ਅਕਾਲ ਪੁਰਖ ਨੇ ਹਰ ਜੀਵ ਦੇ ਅੰਦਰ ਰੱਖਿਆ। ਸਾਡੀ ਆਤਮਾ ਦੀ ਖੁਰਾਕ ਅੰਮ੍ਰਿਤ ਦੀ ਦਾਤ ਹਰੇਕ ਮਨੁੱਖ ਦੇ ਅੰਦਰ ਰੱਖੀ। ਕਿਸੇ ਨੇ ਗੁਰੂ ਕਿਰਪਾ ਸਦਕਾ ਉਹ ਅੰਮ੍ਰਿਤ ਕੱਢ ਲਿਆ, ਕਿਸੇ ਨੇ ਨਹੀਂ ਕੱਢਿਆ, ਉਵੇਂ ਮਰ ਗਿਆ। ਤੋ ਇਸ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਚੌਥੇ ਪਦੇ ਵਿੱਚ ਇਹੀ ਗੱਲ ਕਹਿ ਰਹੇ ਸੀ, ਗੁਰਮੁਖ ਤਤ ਹੈ ਵਿਚਾਰਾ। ਗੁਰਮੁਖ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਉਸ ਆਤਮਿਕ ਤੱਤ ਦੀ ਵਿਚਾਰ ਕੀਤੀ। ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕੀ ਲੈਣ ਆਇਆ ਹਾਂ, ਮੇਰਾ ਮਕਸਦ ਕੀ ਹੈ। ਜਿਸ ਅੰਮ੍ਰਿਤ ਨੂੰ ਦੁਨੀਆ ਲੱਭਦੀ ਫਿਰਦੀ ਹੈ ਉਹ ਕਿੱਥੇ ਹੈ? ਮਨੁੱਖ ਦੇ ਅੰਦਰ ਰੱਖਿਆ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਹੁਣ ਉਹ ਪਰਮੇਸ਼ਰ ਨੇ ਜਿਹੜੀ ਜੀਵ ਆਤਮਾ ਨੂੰ ਮਾਨਸ ਜਾਪੇ ਵਿੱਚ ਭੇਜਦਿਆਂ ਹੋਇਆਂ ਜਦ ਹੁਕਮ ਕੀਤਾ ਕਿ ਹੁਣ ਤੂੰ ਮਾਤ ਲੋਕ ਵਿੱਚ ਜਾ, ਤੇ ਕਹਿੰਦੇ ਆਤਮਾ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਤੇਰੇ ਬਿਨਾਂ ਸਰਨਾ ਨਹੀਂ, ਤੇਰੇ ਤੋਂ ਬਗੈਰ ਮੈਂ ਕੀ ਕਰੂੰ। ਤਾਂ ਉਸ ਵੇਲੇ ਹੁਕਮ ਹੋਇਆ ਕਿ ਜੋ ਤੇਰੀ ਲੋੜ ਹੈ, ਤੇਰੀ ਖੁਰਾਕ ਹੈ, ਮੈਂ ਸਭ ਕੁਝ ਇਸੇ ਸਰੀਰ ਵਿੱਚ ਰੱਖ ਦਿੰਦਾ ਹਾਂ। ਤਾਂ ਉਸ ਵੇਲੇ ਜਿਸ ਨੂੰ ਪਾਤਸ਼ਾਹ ਬਾਣੀ ਵਿੱਚ ਲਿਖਦੇ ਹਨ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਉਹ ਚਾਰ ਵਸਤੂਆਂ ਅੰਮ੍ਰਿਤ, ਜੋਤ, ਜੋ ਵੀ ਇਹਦੀ ਖੁਰਾਕ ਸੀ ਉਹ ਸਭ ਕੁਝ ਇਹਦੇ ਅੰਦਰ ਰੱਖ ਦਿੱਤਾ। ਔਰ ਜੀਵਾਤਮਾ ਨੂੰ ਸਰੀਰ ਵਿੱਚ ਪਾ ਦਿੱਤਾ। ਜਨਮ ਲੈਣ ਤੋਂ ਪਹਿਲਾਂ ਇਸ ਨੂੰ ਪੂਰਾ ਗਿਆਨ ਸੀ, ਪਰ ਜਦੋਂ ਹੀ ਜਨਮ ਹੋਇਆ
ਮਾਇਆ ਦਾ ਐਸਾ ਪ੍ਰਭਾਵ ਪਿਆ, ਇਸ ਨੂੰ ਉਹ ਆਪਣੇ ਆਪੇ ਦਾ ਗਿਆਨ ਭੁੱਲ ਗਿਆ। ਉਸ ਅੰਮ੍ਰਿਤ ਨਾਲੋਂ, ਉਸ ਜੋਤ ਨਾਲੋਂ, ਉਸ ਅਣਹਦ ਵਾਜਿਆਂ ਨਾਲੋਂ ਇਹ ਟੁੱਟ ਗਿਆ। ਜਿਹੜਾ ਮਾਂ ਦੇ ਗਰਭ ਵਿੱਚ ਬੈਠ ਕੇ ਇਹ ਜੀਵ ਅੰਮ੍ਰਿਤ ਪੀਂਦਾ ਸੀ ਆਪਣੇ ਅੰਦਰੋਂ, ਜਦ ਜਨਮ ਹੋਇਆ ਤੇ ਮਾਂ ਦਾ ਦੁੱਧ ਇਹਨੂੰ ਦਿੱਤਾ ਗਿਆ ਤਾਂ ਉਸ ਅੰਮ੍ਰਿਤ ਨਾਲੋਂ ਛੁੱਟ ਕੇ ਇਹ ਮਾਂ ਦੇ ਅੰਮ੍ਰਿਤਮਈ ਦੁੱਧ ਨਾਲ ਜੁੜ ਗਿਆ। ਉਹ ਵੀ ਅੰਮ੍ਰਿਤ ਹੈ। ਚਲੋ, ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਜੀਵ ਜਿਹੜਾ ਸੀ ਅਣਹਦ ਵਾਜਿਆਂ ਨਾਲੋਂ ਟੁੱਟ ਕੇ ਸੰਸਾਰ ਦੀਆਂ ਖੇਡਾਂ ਨਾਲ ਜੁੜ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪ੍ਰਭਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਲਿਵ ਟੁੱਟ ਗਈ, ਮਾਇਆ ਵੱਲ ਧਿਆਨ ਹੋ ਗਿਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਸੰਸਾਰ ਦਾ ਦਿਨੋਂ ਦਿਨ ਮੋਹ ਵੱਧਦਾ ਗਿਆ ਤੇ ਪਰਮੇਸ਼ਰ ਦਾ ਪਿਆਰ ਘਟਦਾ ਗਿਆ। ਪਰ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਇਹ ਸ਼ਬਦ ਵਿੱਚ ਲਿਖ ਰਹੇ ਸੀ ਕਿ ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਕੀਤਾ, ਗੁਰੂ ਤੋਂ ਗਿਆਨ ਲਿਆ, ਗੁਰਮੁਖ ਤਤ ਹੈ ਵਿਚਾਰਾ, ਉਹਨਾਂ ਨੇ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਣਾ ਕੀਤਾ ਤੇ ਉਹਨਾਂ ਨੇ ਆਤਮਿਕ ਤੱਤ ਦੀ ਵਿਚਾਰ ਕੀਤੀ, ਆਪਣੇ ਆਪੇ ਦੀ ਖੋਜ ਕੀਤੀ। ਅੰਮ੍ਰਿਤ ਭਰੇ ਤੇਰੇ ਭੰਡਾਰਾ, ਤੇ ਉਹਨਾਂ ਨੂੰ ਜਿਹੜੀ ਖੁਰਾਕ ਸੀ ਅੰਦਰੋਂ ਹੀ ਮਿਲ ਗਈ। ਉਹ ਕਹਿ ਉੱਠੇ ਤੇਰੇ ਤਾਂ ਅੰਮ੍ਰਿਤ ਦੇ ਭੰਡਾਰੇ ਭਰੇ ਪਏ ਆ। ਤੇ ਉਸ ਭੰਡਾਰੇ 'ਚੋਂ ਜੇ ਕਿਸੇ ਜੀਵ ਨੂੰ ਇੱਕ ਕਣੀ ਮਿਲ ਜਾਵੇ ਨਾ, ਉਸ ਕਣੀ ਵਿੱਚ ਕਿੰਨੀ ਪਾਵਰ ਹੈ ਕੁਝ ਕਹਿ ਨਹੀਂ ਸਕਦੇ। ਕਿਣਕਾ ਏਕ ਜੇ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਬੂੰਦ, ਇੱਕ ਕਿਣਕਾ ਉਹ ਅੰਮ੍ਰਿਤ ਦਾ ਜੇ ਕਿਸੇ ਦੇ ਅੰਦਰ ਚਲਿਆ ਜਾਵੇ ਹਿਰਦੇ ਵਿੱਚ, ਤਾਂ ਉਸ ਦੇ ਅੰਦਰ ਕਿੰਨਾ ਬਦਲਾਅ ਆ ਜਾਂਦਾ ਹੈ, ਕਿੰਨੀ ਪਾਵਰ ਸ਼ਕਤੀ ਆ ਜਾਂਦੀ ਹੈ, ਕਹਿ ਨਹੀਂ ਸਕਦੇ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ 5 ਸਿੱਖਾਂ ਸਮੇਤ ਦਿੱਲੀ ਚਲੇ ਗਏ ਔਰ ਇੱਕ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ। ਜਿਸ ਜੇਲ੍ਹ ਨੂੰ ਭੂਤਾਂ ਵਾਲੀ ਜੇਲ੍ਹ ਕਹਿੰਦੇ ਸੀ, ਕਹੋ ਸਤਨਾਮ, ਭੂਤਾਂ ਵਾਲੀ ਹਵੇਲੀ ਕਹਿੰਦੇ ਸੀ, ਉਹਦੇ ਵਿੱਚ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ। ਉਹ ਜੇਲ੍ਹ ਦੇ ਵਿੱਚ ਇੱਕ ਖੂਹ ਸੀ, ਜਿਸ ਖੂਹ ਤੋਂ ਇਸ਼ਨਾਨ ਕਰਦੇ ਸਨ। ਕਹਿੰਦੇ ਇੱਕ ਦਿਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ, ਜਿਵੇਂ ਲੋਕਾਂ ਦਾ ਖਿਆਲ ਸੀ ਭੂਤ ਮਿਲਿਆ, ਭਾਵ ਕੋਈ ਆਤਮਾ ਮਿਲੀ, ਕੋਈ ਰੂਹ ਮਿਲੀ, ਤੇ ਆ ਕੇ ਬੇਨਤੀ ਕਰਦੀ ਆ, ਮਹਾਰਾਜ ਮੈਂ ਤੁਹਾਡੀ ਕੀ ਸੇਵਾ ਕਰਾਂ। ਉੱਥੋਂ ਦੇ ਰਾਜਿਆਂ ਦਾ, ਮੰਤਰੀਆਂ ਦਾ ਇਹ ਖਿਆਲ ਸੀ ਕਿ ਜੇ ਕਿਸੇ ਨੂੰ ਮਾਰਨਾ ਹੈ ਨਾ ਤੇ ਭੂਤਾਂ ਵਾਲੀ ਜੇਲ੍ਹ ਵਿੱਚ ਕੈਦ ਕਰ ਦਿਓ, ਉਹ ਆਪੇ ਡਰ ਕੇ ਹੀ ਮਰ ਜਾਂਦਾ। ਉਹਨਾਂ ਦਾ ਇਹੀ ਖਿਆਲ ਸੀਗਾ ਵੀ ਗੁਰੂ ਤੇਗ ਬਹਾਦਰ ਨੂੰ ਉਹ ਭੂਤਾਂ ਵਾਲੀ ਹਵੇਲੀ ਵਿੱਚ ਕੈਦ ਕਰ ਦਿਓ, ਭੂਤਾਂ ਵਾਲੀ ਜੇਲ੍ਹ ਵਿੱਚ, ਜਿੱਥੇ ਹੁਣ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ, ਇੱਥੇ ਸੀ ਕਿ ਉਹ ਭੂਤਾਂ ਤੋਂ ਡਰ ਕੇ ਹੀ ਮਰ ਜਾਣਗੇ। ਪਰ ਗੁਰੂ ਸਾਹਿਬ ਤਾਂ ਭੂਤਾਂ ਨੂੰ ਵੀ ਸਿੱਧੇ ਰਸਤੇ ਪਾਉਣ ਵਾਲੇ ਆ। ਕਹਿੰਦੇ ਉਸ ਭੂਤ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤੁਹਾਡੀ ਕੀ ਸੇਵਾ ਕਰਾਂ, ਤੁਸੀਂ ਇਸ ਘਰ ਵਿੱਚ ਚਰਨ ਪਾਏ। ਤੇ ਕਹਿੰਦੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਉਹ ਗੰਨੇ ਲੈ ਕੇ ਆਇਆ ਕਮਾਦ ਦੇ। ਕੁਝ ਗੰਨੇ ਸਤਿਗੁਰਾਂ ਨੇ ਚੂਪੇ ਛਿਲਕੇ ਸਿੱਟੇ ਤੇ ਸਤਿਗੁਰਾਂ ਦੇ ਸਿੱਖ ਵੀ ਉੱਥੇ ਬੈਠੇ ਸੀ। ਸਿੱਖਾਂ ਨੇ ਕਹਿੰਦੇ ਭਾਈ ਮਤੀ ਦਾਸ, ਸਤੀਵਾ ਦਾਸ, ਭਾਈ ਦਿਆਲਾ ਆਦਿ ਇਹਨਾਂ ਸਿੱਖਾਂ ਨੇ, ਇੱਕ ਭਾਈ ਜੈਤਾ ਸੀਗਾ ਜਿਹੜਾ ਸੀਸ ਲੈ ਕੇ ਆਇਆ ਸੀ, ਇੱਕ ਸਿੱਖ ਹੋਰ ਸੀਗਾ। ਉਹ ਸਤਿਗੁਰਾਂ ਨੇ ਜਿੰਨੀ ਉੱਥੇ ਬਾਣੀ ਰਚੀ ਸੀ ਤੇ ਪਰਿਵਾਰ ਨੂੰ ਧੀਰਜ ਦੇਣ ਲਈ ਚਿੱਠੀਆਂ ਭੇਜੀਆਂ ਸਨ, ਉਹ ਕਾਗਜ਼, ਉਹ ਚਿੱਠੀਆਂ ਲੈ ਕੇ ਆਇਆ ਸੀ, ਉਹ ਬਾਣੀ ਲੈ ਕੇ ਆਇਆ ਸੀ। ਉਸ ਦਾ ਨਾਮ ਸੀ ਗੁਰਦਿੱਤਾ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ
ਇਹ ਗੁਰਦਿੱਤਾ ਛੇਵੇਂ ਪਾਤਸ਼ਾਹ ਦਾ ਪੁੱਤਰ ਨਹੀਂ ਸੀਗਾ, ਇਹ ਭਾਈ ਗੁਰਦਿੱਤਾ ਜੀ ਹੋਰ ਆ। ਤਾਂ ਜਿਸ ਵੇਲੇ ਉਹ ਛਿਲਕੇ ਸਿੱਖਾਂ ਨੇ ਚੂਪ ਲੈਣਾ, ਤੇ ਜਿਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਮਨਾਉਣ ਵਾਸਤੇ ਤਸੀਹੇ ਦਿੱਤੇ ਜਾਣ ਲੱਗੇ, ਤੇ ਇੱਕ ਸਿੱਖ ਕਹਿਣ ਲੱਗਿਆ, ਮਹਾਰਾਜ ਤੁਸੀਂ ਮੈਨੂੰ ਆਗਿਆ ਬਖਸ਼ੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਇਹ ਦੋ ਰਾਜਧਾਨੀਆਂ ਸੀ ਵੱਡੀਆਂ ਮੁਗਲਾਂ ਦੇ ਸਮੇਂ, ਲਾਹੌਰ ਤੇ ਦਿੱਲੀ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ, ਸਿੱਖਾ ਤੂੰ ਇੰਨੀ ਸ਼ਕਤੀ ਕਿੱਥੋਂ ਲੈ ਲਈ? ਕਹਿੰਦਾ ਜੀ ਤੁਹਾਡੇ ਆ ਛਿਲਕੇ ਸਿੱਟੇ ਹੋਏ ਚੂਪੇ ਸੀਗੇ, ਤੇ ਮੈਨੂੰ ਐਂ ਲੱਗਦਾ ਕਿ ਮੇਰੇ 'ਚ ਇੰਨੀ ਪਾਵਰ ਹੈ, ਮੈਂ ਦਿੱਲੀ ਦੀ ਨੂੰ ਨੀਹਾਂ ਹਿਲਾ ਦਿਆਂ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ, ਸਿੱਖਾ ਇਹਨੂੰ ਜਜ਼ਬ ਕਰ। ਆਸਾ ਦੀ ਵਾਰ 'ਚ ਹੁਣੇ ਸੁਣ ਲਈ ਸੀ ਸ਼ਬਦ, ਮਾਨ ਮਹੱਤਾ ਜੋਰ ਆਪਣਾ ਆਪ ਜਰ। ਜਰਨਾ ਹੁੰਦਾ ਪਹੁੰਚਾਉਣਾ। ਇਸ ਕਰਕੇ ਪਾਤਸ਼ਾਹ ਕਹਿੰਦੇ, ਸਿੱਖਾ ਤੂੰ ਇਸ ਆਪਣੀ ਸ਼ਕਤੀ ਨੂੰ, ਪਾਵਰ ਨੂੰ ਆਪਣੇ ਅੰਦਰ ਸੰਭਾਲ। ਜੇ ਤੇਰੇ ਅੰਦਰ ਛਿਲਕੇ ਚੁੱਭ ਕੇ ਇੰਨੀ ਪਾਵਰ ਆ ਸਕਦੀ ਹੈ, ਫਿਰ ਮੇਰੇ 'ਚ ਕਿੰਨੀ ਹੋਵੇਗੀ। ਪਰ ਆਪਾਂ ਇੱਥੇ ਜ਼ਬਰ ਨੂੰ ਸਬਰ ਨਾਲ ਝੱਲਣਾ ਹੈ, ਇੱਥੇ ਸ਼ਹੀਦੀ ਦੇਣੀ ਹੈ। ਇਹ ਸ਼ਹੀਦੀ ਦੇ ਨਾਲ ਇਸ ਮੁਗਲ ਰਾਜ ਦੀਆਂ, ਜ਼ੁਲਮ ਦੇ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਆਪਾਂ ਸ਼ਹੀਦੀਆਂ ਦੇਣੀਆਂ। ਫਿਰ ਉਹਨਾਂ ਸਿੱਖਾਂ ਨੇ 7 ਬਚਨ ਕਹਿ ਕੇ ਸ਼ਹੀਦੀਆਂ ਦੇਣ ਲਈ ਤਿਆਰੀਆਂ ਕਰ ਲਈਆਂ, ਔਰ ਮੁਗਲ ਸਰਕਾਰ ਨੇ, ਜ਼ਾਲਮ ਸਰਕਾਰ ਨੇ ਫਿਰ ਸਭ ਤੋਂ ਪਹਿਲਾਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਡਲਾਉਣ ਵਾਸਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਵੀ ਡਰ ਜਾਣਗੇ। ਤੇ ਫਿਰ ਭਾਈ ਦਿਆਲਾ ਜੀ ਨੂੰ ਦੇਗੇ ਦੇ ਵਿੱਚ ਬਿਠਾ ਕੇ ਉਬਾਲਿਆ ਗਿਆ, ਆਲੂ ਦੀ ਨਿਆਈ। ਪਰ ਦੋਨਾਂ ਸਿੱਖਾਂ ਨੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਆਪਣਾ ਸਰੀਰ ਤਿਆਗਿਆ। ਸਤੀ ਦਾਸ ਨੂੰ ਰੂੰ ਲਪੇਟੀ ਗਈ ਪਿੰਡੇ ਤੇ ਸਰੀਰ ਤੇ ਉਹਨਾਂ ਨੂੰ ਰੂੰ ਦੇ ਨਾਲ ਜਿਹੜਾ ਹੈ ਲਪੇਟ ਕਰਕੇ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ। ਪਰ ਇਹਨਾਂ ਸਾਰੀਆਂ ਰੂਹਾਂ ਨੇ ਉਸ ਅੰਮ੍ਰਿਤ ਦੀ ਕਣੀ ਨੂੰ ਪੀਤਾ ਹੋਇਆ ਸੀ, ਉਹ ਅੰਮ੍ਰਿਤ ਦੀ ਬੂੰਦ ਇਹਨਾਂ ਨੂੰ ਪ੍ਰਾਪਤ ਹੋਈ ਸੀ। ਸੋ ਕਿੰਨੀ ਪਾਵਰ ਹੈ ਇੱਕ ਬੂੰਦ ਵਿੱਚ। ਕਿਣਕਾ ਏਕ ਜੇ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਨ੍ਹਾਂ ਨੇ ਉਸ ਨੂੰ ਪ੍ਰਾਪਤ ਕੀਤਾ, ਕਿਹਨਾਂ ਨੇ? ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਕੀਤਾ। ਮਨੁੱਖ ਤਾਂ ਆਪਾਂ ਸਾਰੇ ਹੀ ਬਣੇ ਆ, ਔਰ ਪਰਮੇਸ਼ਰ ਨੇ ਕਿਸੇ ਨੂੰ ਘੱਟ ਨਹੀਂ ਛੱਡਿਆ, ਸਭ ਦੇ ਵਿੱਚ ਸਭ ਕੁਝ ਰੱਖ ਕੇ ਭੇਜਿਆ। 4 ਪਦਾਰਥ ਲੈ ਕਰ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ। ਮੁੰਦਾਵਣੀ ਮਹੱਲਾ 5ਵਾਂ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾकुर का पयो, जिसका सबसे आधारो। जे को खावे जे को पुंचै, तिसका होए उधारो। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰਾਖਿਓ ਧਾਰੋ। ਇਹ ਵਸਤੂਆਂ ਲੈ ਕੇ ਜੀਵ ਆਇਆ, ਪਰ ਬਹੁਤਿਆਂ ਨੇ ਤਜ ਦਿੱਤੀਆਂ, ਲੱਭੀਆਂ ਹੀ ਨਹੀਂ, ਸੰਭਾਲੀਆਂ ਹੀ ਨਹੀਂ। ਜਿਵੇਂ ਜੰਮੇ ਸੀ ਉਵੇਂ ਮਰ ਗਏ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਪਰ ਬਿਰਲਿਆਂ ਨੇ ਉਸ ਅੰਮ੍ਰਿਤ ਦੀ ਬੂੰਦ ਨੂੰ ਲੱਭਣਾ ਕੀਤਾ, ਜਿਹੜੀ ਇਹਦੇ ਅੰਦਰ ਹੀ ਸੀ। ਪਰ ਅੰਦਰੋਂ ਮਿਲੂ ਗੁਰੂ ਦੀ ਕਿਰਪਾ ਨਾਲ। ਗੁਰਮਤਿ ਅਨੁਸਾਰ ਸਿੱਖੀ ਮੁਤਾਬਕ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਫਿਰ ਅਸੀਂ ਸਿਮਰਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਤਾਂ ਉਹ ਬੂੰਦ ਸਾਡੇ ਕਿਤੇ ਅੰਦਰੋਂ ਪ੍ਰਾਪਤ ਹੁੰਦੀ ਹੈ। ਸਾਨੂੰ ਸਾਡੇ ਅੰਦਰ ਹੀ ਰੱਖੀ ਆ ਉਹ। ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ।
ਬਿਨ ਸਤਿਗੁਰ ਸੇਵੈ ਕੋਈ ਨ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਕੱਲ ਆਪਾਂ ਸਰਵਣ ਕੀਤਾ, ਭਗਤ ਪੀਪਾ ਜੀ ਵੀ ਕਹਿੰਦੇ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਭਗਤ ਪੀਪਾ ਕਹਿੰਦੇ ਮੈਨੂੰ ਪਤਾ ਲੱਗਿਆ ਮੈਂ ਤਾਂ ਪਰਮਾਤਮਾ ਦਾ ਤੱਤ ਹਾਂ, ਉਹਦੀ ਅੰਸ਼ ਹਾਂ। ਪਰ ਪਤਾ ਕਿੱਥੋਂ ਲੱਗਿਆ? ਗੁਰੂ ਦੇ ਕੋਲੋਂ। ਗੁਰੂ ਨੇ ਜਨਾਇਆ, ਗੁਰੂ ਨੇ ਲਿਖਾਇਆ, ਗੁਰੂ ਨੇ ਬੁੱਧੀ ਬਖਸ਼ੀ। ਪਤਾ ਲੱਗਿਆ ਕਿ ਜੀਵ ਪਰਮਾਤਮਾ ਦੀ ਅੰਸ਼ ਹੈ। ਪਾਤਸ਼ਾਹ ਜੀ ਕਹਿੰਦੇ, ਬਿਨ ਸਤਿਗੁਰ ਸੇਵੇ ਕੋਈ ਨ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੈ ਸੋ ਜਨ ਸੋ ਹੈ। ਜਿਹੜੇ ਮਾਤ ਲੋਕ ਵਿੱਚ ਆ ਕੇ ਸਤਿਗੁਰ ਨੂੰ ਸਿਮਰਦੇ ਹਨ, ਸੇਵਾ ਕਰਦੇ ਹਨ, ਦੋਨੇ ਚੀਜ਼ਾਂ, ਸੇਵਾ ਸਿਮਰਨ। ਆਪੇ ਸੇਵਾ ਲਾਈ ਹੈ ਨਾ, ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ, ਆਪੇ ਆਪੇ ਸਾਰ ਕਰੇ। ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਇਹ ਸੇਵਾ ਕੀਤੀ ਹੈ, ਕਰਕੇ ਦੇਖੀ ਆ, ਉਹਨਾਂ ਨੇ ਤਜਰਬਾ ਕੀਤਾ। ਸਤਿਗੁਰ ਸੇਵੈ ਸੋ ਜਨ ਸੋ ਹੈ। ਜਿਹੜੇ ਮਾਤ ਲੋਕ ਵਿੱਚ ਆ ਕੇ ਮਨੁੱਖ ਬਣ ਕੇ ਆਏ, ਫਿਰ ਇੱਥੇ ਆ ਕੇ ਗੁਰੂ ਦੇ ਕੋਲ ਪਹੁੰਚੇ, ਗੁਰੂ ਦੀ ਸ਼ਰਨ ਲਈ, ਗੁਰੂ ਨੂੰ ਸਿਮਰਨਾ ਕੀਤਾ, ਗੁਰੂ ਦੀ ਸੇਵਾ ਕੀਤੀ, ਉਹ ਚੰਗੇ ਲੱਗਦੇ ਆ, ਉਹ ਸ਼ੋਭਦੇ ਆ, ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ। ਅੱਜ ਅਸੀਂ ਯਾਦ ਕਰਦੇ ਹਾਂ ਉਹਨਾਂ ਭਗਤਾਂ ਨੂੰ ਜਿਹੜੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਹੋਏ ਆ, ਉਹਨਾਂ ਨੂੰ ਵੀ ਯਾਦ ਕਰੀ ਜਾਂਦੇ ਆ, ਕਿਉਂਕਿ ਉਹ ਪਰਮੇਸ਼ਰ ਦੇ ਨਾਮ ਨਾਲ ਜੁੜੇ ਸੀ। ਚਾਹੇ ਉਹ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਅਵਤਾਰ ਦੇ ਸਮੇਂ ਹੋਏ, ਚਾਹੇ ਤ੍ਰੇਤੇ ਯੁੱਗ ਵਿੱਚ ਹੋਏ, ਚਾਹੇ ਕਲਯੁੱਗ ਦੇ ਵਿੱਚ ਹੋਏ, ਚਾਹੇ ਸਤਯੁੱਗ ਦੇ ਵਿੱਚ ਰਾਜੇ ਜਨਕ ਵਰਗੇ ਹੋਏ। ਦੁਆਪਰ ਦੇ ਵਿੱਚ ਮੀਰਾ ਬਾਈ ਔਰ ਤ੍ਰੇਤੇ ਯੁੱਗ ਵਿੱਚ ਗੁਰੂ ਪਿਆਰਿਓ ਅਨੇਕਾਂ ਪਰਮੇਸ਼ਰ ਦੇ ਪਿਆਰੇ ਹੋਏ। ਕਲਯੁੱਗ ਦੇ ਵਿੱਚ ਵੀ ਜਿਹੜਾ ਲਗਭਗ 5-6 ਹਜ਼ਾਰ ਸਾਲ ਤੋਂ ਚੱਲ ਰਿਹਾ ਹੈ, ਇਹਦੇ ਵਿੱਚ ਵੀ ਬਹੁਤ ਸਾਰੇ ਹੋਏ, ਭਗਤ ਕਬੀਰ ਸਾਹਿਬ ਵਰਗੇ, ਭਗਤ ਰਵਿਦਾਸ ਵਰਗੇ। ਇਹ ਕਿਉਂ ਚੰਗੇ ਲੱਗਦੇ ਆ, ਕਿਉਂ ਸ਼ੋਭਦੇ ਆ? ਕਿਉਂਕਿ ਇਹਨਾਂ ਨੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕੀਤਾ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸਤਿਗੁਰ ਸੇਵੈ ਸੋ ਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਕੌਣ ਸ਼ੋਭਦੇ ਹਨ? ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਗਿਆ, ਅਤੇ ਜਿਨ੍ਹਾਂ ਨੂੰ ਹਰੀ ਦਾ ਨਾਮ ਚੰਗਾ ਲੱਗਦਾ, ਉਹ ਦੁਨੀਆ ਨੂੰ ਚੰਗੇ ਲੱਗਦੇ ਆ। ਜਿਨ੍ਹਾਂ ਨੂੰ ਗੁਰੂ ਚੰਗਾ ਲੱਗਦਾ ਹੈ, ਜਿਨ੍ਹਾਂ ਨੂੰ ਗੁਰੂ ਦੀ ਗੱਲ ਚੰਗੀ ਲੱਗਦੀ ਆ, ਉਹ ਦੁਨੀਆ ਨੂੰ ਵੀ ਚੰਗੇ ਲੱਗਦੇ ਆ। ਸੇਈ ਸੱਜਣ ਸੋਹਣੇ ਸਾਧ ਸੰਗ ਜਿਨ੍ਹਾਂ ਬਹਿਣੇ। ਜਿਹੜੇ ਸਤਸੰਗ ਵਿੱਚ ਬਹਿੰਦੇ ਹਨ ਉਹ ਸੋਹਣੇ ਲੱਗਦੇ ਆ। ਸਤਿਗੁਰ ਸੇਵੈ ਸੋ ਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਜਿਹੜੇ ਸਤਿਗੁਰ ਨੂੰ ਸਿਮਰਦੇ ਹਨ ਉਹ ਸ਼ੋਭਦੇ ਹਨ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਅੰਮ੍ਰਿਤਮਈ ਨਾਮ ਸਤਿਗੁਰ ਦਾ ਵਸ ਗਿਆ। ਹੁਣ ਇੱਥੇ ਅੰਮ੍ਰਿਤ ਦਾ ਦੂਸਰਾ ਅਰਥ ਹੋ ਗਿਆ ਵਾਹਿਗੁਰੂ ਮੰਤਰ, ਕਿਉਂਕਿ ਅੰਮ੍ਰਿਤ ਨੂੰ ਬਣਾਉਣ ਵਾਲੀਆਂ 5 ਬਾਣੀਆਂ ਜੋ ਸਤਿਗੁਰ ਨੇ ਬਾਟੇ 'ਤੇ ਪੜ੍ਹੀਆਂ, ਪਰਮੇਸ਼ਰ ਦੇ ਨਾਮ ਦੀ ਸਿਫਤ ਜੋ ਉਹਨਾਂ ਨੇ ਅੰਮ੍ਰਿਤ ਬਣਾਉਣ ਵੇਲੇ ਕੀਤੀ, ਉਹ ਸਿਫਤ ਵਿੱਚੋਂ ਹੀ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਇਸ ਕਰਕੇ ਅੰਮ੍ਰਿਤ ਨਾਮ ਅੰਤਰ ਮਨ ਮੋਹੈ, ਅੰਮ੍ਰਿਤ ਮਨ ਤਨ ਬਾਣੀ ਰਤਾ। ਇਹ ਜਿਹੜਾ ਅੰਮ੍ਰਿਤ ਹੈ, ਜਿਸ ਨੂੰ ਪ੍ਰਾਪਤ ਹੋ ਗਿਆ, ਉਹਦਾ ਮਨ ਵੀ ਰੰਗਿਆ ਗਿਆ, ਉਹਦਾ ਤਨ ਵੀ ਰੰਗਿਆ ਗਿਆ, ਉਹਦੀ ਰਸਨਾ ਵੀ ਰੰਗੀ ਗਈ। ਉਹਦੀ ਲਲਤਾ ਮਤਲਬ ਰਸਨਾ, ਜੀਵ, ਉਹ ਵੀ ਰੰਗੀ ਗਈ। ਉਹਨਾਂ ਦੇ ਗਿਆਨ ਇੰਦਰੇ, ਕਰਮ ਇੰਦਰੇ ਸਾਰੇ ਬਦਲ ਗਏ।
ਜਿਨ੍ਹਾਂ ਨੂੰ ਤੀਜੇ ਪਾਤਸ਼ਾਹ ਬਦਲਣ ਦੀ ਗੱਲ ਕਰਦੇ ਆ, ਨੇਤਰੋ ਬੇਰਿਓ ਹਰ ਤੋਮੈ ਜੋ ਧਰੀ, ਹਰ ਬਿਨ ਅਵਰ ਨ ਦੇਖੋ ਕੋਈ। ਇਹ ਸ਼ਰਵਣੋ ਮੇਰਿਓ ਸੱਚੈ ਸੁਣਨੇ ਨੂੰ ਪਠਾਏ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਤਾਂ ਇਹ ਸਾਰੇ ਕਦੋਂ ਸਿੱਧੇ ਹੋ ਗਏ? ਜਦੋਂ ਨਾਮ ਦਾ ਵਾਸਾ ਹੋਇਆ। ਬ੍ਰਹਮ ਗਿਆਨੀ ਜੋਗੀ ਲੋਕ ਪਰਮੇਸ਼ਰ ਨਾਲ ਜੁੜਨ ਵਾਲੇ ਸਾਡੇ ਸਰੀਰ ਦੇ ਵਿੱਚ 6 ਚੱਕਰ ਮੰਨਦੇ ਆ। ਮੇਰੂਦੰਡ ਤੋਂ ਲੈ ਕੇ ਪਾਵਰੀੜ ਦੀ ਹੱਡੀ ਦੇ ਹੇਠਲੇ ਹਿੱਸੇ ਤੋਂ ਲੈ ਕੇ ਸਿਰ ਤੱਕ 6 ਚੱਕਰ ਮੰਨਦੇ ਆ। ਤੇ ਇਹ ਚੱਕਰ ਉਦੋਂ ਸਿੱਧੇ ਹੋ ਗਏ ਜਦੋਂ ਮਨੁੱਖ ਨਾਮ ਨਾਲ ਜੁੜ ਗਿਆ। ਜਦੋਂ ਨਾਮ ਦੀ ਕਣੀ ਮਿਲ ਗਈ, ਇਹ 6 ਚੱਕਰ ਸਿੱਧੇ ਹੋ ਗਏ। ਪ੍ਰੀਤਮ ਜੀ ਕਹਿੰਦੇ ਅੰਮ੍ਰਿਤ ਬਣਤਨ ਬਾਣੀ ਰਤਾ। ਇਹ ਸਤਿਗੁਰ ਦੇ ਅੰਮ੍ਰਿਤਮਈ ਨਾਮ ਨੂੰ ਜਪਦਿਆਂ ਉਹ ਅੰਮ੍ਰਿਤ ਦੀ ਬੂੰਦ ਮਿਲੀ, ਅੰਮ੍ਰਿਤ ਦੀ ਕਣੀ ਮਿਲੀ, ਜਿਸ ਦੇ ਨਾਲ ਮਨ ਤੇ ਤਨ ਰੰਗਿਆ ਗਿਆ। ਅੰਮ੍ਰਿਤ ਸਹਿਜ ਸੁਨਾਵਣਿਆ। ਫਿਰ ਜਿਹੋ ਜਿਹਾ ਕਿਸੇ ਦੇ ਅੰਦਰ ਹੁੰਦਾ ਹੈ, ਉਹੋ ਜਿਹਾ ਬਾਹਰ ਨਿਕਲਦਾ ਹੈ। ਤੇ ਜਿਹੜੇ ਰੰਗੇ ਮਨ ਵਾਲੇ ਆ, ਉਹ ਦੂਸਰਿਆਂ ਨੂੰ ਵੀ ਪਰਮੇਸ਼ਰ ਦੀਆਂ ਅੰਮ੍ਰਿਤਮਈ ਗੱਲਾਂ ਸੁਣਾਉਂਦੇ ਆ। ਫਿਰ ਬ੍ਰਹਮ ਗਿਆਨੀ ਅਨੇਕਾਂ ਹੋਏ। ਪੁਰਾਣੇ ਸਮਿਆਂ ਤੋਂ ਲੈ ਕੇ ਬੇਅੰਤ ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਨੇ ਆਪਣੇ ਗਿਆਨ ਨੂੰ ਸੰਸਾਰ ਦੇ ਕੋਲ ਰੱਖਿਆ, ਸੰਸਾਰ ਦੇ ਸਾਹਮਣੇ ਰੱਖਿਆ। ਜੋ ਉਹਨਾਂ ਨੂੰ ਪ੍ਰਾਪਤ ਹੋਇਆ, ਉਹਨਾਂ ਨੇ ਸਾਡੇ ਵਾਸਤੇ ਲਿਖ ਦਿੱਤਾ। ਬੇਅੰਤ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਰਾੜਾ ਸਾਹਿਬ ਵਾਲੇ, ਈਸ਼ਰ ਸਿੰਘ ਅਤੇ ਹੋਰ ਨੰਦ ਸਿੰਘ ਮਹਾਂਪੁਰਸ਼, ਹੋਰ ਸਤਿਗੁਰਾਂ ਦੇ ਸਮੇਂ ਹੋਏ ਬਹੁਤ ਸਾਰੇ ਬ੍ਰਹਮ ਗਿਆਨੀ, ਭਾਈ ਕਨ੍ਹਈਆ ਜੀ ਵਰਗੇ। ਮੈਂ ਕਿਆ ਗਿਣਤੀ ਕਰਾਂ, ਸਭ ਜਾਣਦੇ ਹੋ। ਉਹਨਾਂ ਬ੍ਰਹਮ ਗਿਆਨੀਆਂ ਨੇ ਜੋ ਗਿਆਨ ਪ੍ਰਾਪਤ ਕੀਤਾ, ਸਾਡੇ ਵਾਸਤੇ ਵੀ ਲਿਖ ਦਿੱਤਾ। ਜਿਹੜਾ ਉਹਨਾਂ ਨੇ ਆਪਣੇ ਜੀਵਨ ਲਾ ਕੇ ਪ੍ਰਾਪਤ ਕੀਤਾ, ਉਹ ਸਾਡੇ ਵਾਸਤੇ ਸਹਿਜੇ ਹੀ ਦੇ ਦਿੱਤਾ ਕਿ ਇਹਨਾਂ ਦਾ ਵੀ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹਨਾਂ ਬ੍ਰਹਮਚਾਰੀਆਂ ਦਾ, ਉਹਨਾਂ ਬ੍ਰਹਮ ਗਿਆਨੀਆਂ ਦਾ ਮਕਸਦ ਕੀ ਹੈ? ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਨਾਵਣਿਆ। ਜਿੱਥੇ ਉਹਨਾਂ ਦਾ ਮਨ ਰੰਗਿਆ ਗਿਆ, ਉਹ ਦੂਜੇ ਨੂੰ ਵੀ ਪ੍ਰੇਰਨਾ ਕਰਨ ਲੱਗੇ। ਗੁਰਬਾਣੀ ਦੇ ਵਿੱਚ 15 ਭਗਤ, ਔਰ 4 ਗੁਰਮੁਖ, 11 ਭੱਟ। ਗੁਰੂ ਤਾਂ ਹੈ ਹੀ ਹੈ ਨਾ, ਗੁਰੂ ਤਾਂ ਪਰਮੇਸ਼ਰ ਸਰੂਪ ਹੈ, ਪਰ ਇਹ ਵੀ ਸਲਾਹੁਣਯੋਗ ਹੋ ਗਏ। 6 ਸਤਿਗੁਰਾਂ ਦੀ ਬਾਣੀ ਔਰ 30 ਦੂਸਰੇ ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਨੇ ਪਰਮੇਸ਼ਰ ਦੀ ਗੱਲ ਨੂੰ ਜਾਣਿਆ, ਉਹਨਾਂ ਨੇ ਆਪਣੇ ਬਚਨ ਸਾਡੇ ਵਾਸਤੇ ਲਿਖ ਦਿੱਤੇ। ਜਿਵੇਂ ਕੱਲ੍ਹ ਆਪਾਂ ਭਗਤ ਪੀਪਾ ਜੀ ਦਾ ਬਚਨ ਸਰਵਣ ਕੀਤਾ, ਕਬੀਰ ਸਾਹਿਬ ਜੀ ਦੇ ਬਚਨ ਸਰਵਣ ਕਰੀਏ ਬਾਣੀ 'ਚੋਂ, ਬਾਬੇ ਫਰੀਦ ਦੀ ਬਾਣੀ, ਪੰਡਤ ਤਰਲੋਚਨ, ਪੰਡਤ ਜੈਦੇਵ, ਭਾਵ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਸੰਸਾਰ ਨੂੰ ਗਾਈਡ ਕੀਤਾ, ਸੰਸਾਰ ਦਾ ਮਾਰਗ ਦਰਸ਼ਨ ਕੀਤਾ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਨਾਵਣਿਆ। ਉਹ ਦੂਸਰਿਆਂ ਨੂੰ ਵੀ ਪਰਮੇਸ਼ਰ ਦਾ ਰਸਤਾ ਦੱਸਣ ਜੋਗੇ ਹੋਏ। ਜਿਸ ਤਰ੍ਹਾਂ ਗੱਲ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੀ, ਭਾਈ ਮੰਝ, ਜਿਸ ਵੇਲੇ ਭਾਈ ਮੰਝ ਨੂੰ ਪੂਰਨ ਗਿਆਨ ਹੋ ਗਿਆ, ਬ੍ਰਹਮ ਗਿਆਨ ਹੋ ਗਿਆ, ਤੇ ਅਖੀਰ ਤੇ ਸਤਿਗੁਰਾਂ ਨੇ ਪਰਖਦਿਆਂ ਅਖੀਰ ਤੇ ਜਦੋਂ ਖੂਹ ਵਿੱਚ ਡਿੱਗੇ ਨੂੰ ਬਾਹਰ ਕੱਢਿਆ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗਲਵਕੜੀ 'ਚ ਲੈ ਕੇ ਛਾਤੀ ਨਾਲ ਲਾਇਆ, ਪਿਆਰ ਦਿੱਤਾ, ਤੇ ਕਹਿੰਦੇ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ।
ਇਹ ਭਾਈ ਮੰਝ ਤਾਂ ਮੇਰਾ ਸਮੁੰਦਰੀ ਬੇੜਾ ਬਣ ਗਿਆ, ਦੁਨੀਆ ਇਹਦੀ ਸੰਗਤ ਕਰਕੇ ਪਾਰ ਹੋਵੇਗੀ। ਹੁਣ ਬੇੜੇ ਦਾ ਮਤਲਬ ਤਾਰਨ ਵਾਲਾ। ਇਉਂ ਭਾਈ ਮੰਝ ਨੂੰ ਫਿਰ ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਮੰਝ ਮੰਗ ਕੀ ਮੰਗਦਾ, ਮੈਂ ਤੇਰੇ ਤੇ ਬਹੁਤ ਖੁਸ਼ ਹਾਂ, ਤੂੰ ਪ੍ਰੀਖਿਆ 'ਚੋਂ ਪਾਸ ਹੋਇਆ। ਤੇ ਭਾਈ ਮੰਝ ਕਹਿਣ ਲੱਗੇ, ਮਹਾਰਾਜ ਬਸ ਤੁਹਾਡੀ ਕਿਰਪਾ। ਕਹਿੰਦੇ ਨਹੀਂ, ਕੁਛ ਤਾਂ ਮੰਗ। ਜਦੋਂ ਤੀਜੀ ਵਾਰ ਕਿਹਾ ਤੇ ਭਾਈ ਮੰਝ ਕਹਿਣ ਲੱਗੇ, ਫਿਰ ਮੈਂ ਇੱਕੋ ਹੀ ਮੰਗਦਾ ਕਿ ਮਹਾਰਾਜ ਆਉਣ ਵਾਲੇ ਸਮੇਂ ਸਿੱਖਾਂ ਦੀ ਇੰਨੀ ਪ੍ਰੀਖਿਆ ਨਾ ਪਾਇਓ। ਇਹ ਪ੍ਰੀਖਿਆ ਵਿੱਚੋਂ ਹਰੇਕ ਨੂੰ ਟੱਪਣਾ ਬੜਾ ਮੁਸ਼ਕਲ ਹੈ, ਬਸ ਦਇਆ ਕਰਕੇ ਹੀ ਬਖਸ਼ ਦਿਆ ਕਰੋ। ਕਹਿਣ ਲੱਗੇ ਚੰਗਾ। ਤੋ ਇਸ ਤਰ੍ਹਾਂ ਗੁਰੂ ਪਿਆਰਿਓ, ਜਿਨ੍ਹਾਂ ਨੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਉਹਨਾਂ ਨੇ ਦੂਜਿਆਂ ਦਾ ਮਾਰਗ ਦਰਸ਼ਨ ਕੀਤਾ। ਜਿਨ੍ਹਾਂ ਦਾ ਮਨ ਰੰਗਿਆ ਗਿਆ ਸਹੀ ਪਿਆਰੀਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਰੰਗਿਆਂ ਹੋਇਆਂ ਦੀ ਸੰਗਤ ਬਖਸ਼ੋ, ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਵੀ ਤੈਨੂੰ ਸਿਮਰ ਲਈਏ। ਤਾਂ ਇਸ ਤਰ੍ਹਾਂ ਉਹ ਕਦੋਂ ਮਿਲਦੇ ਆ? ਪੂਰਬ ਕਰਮ ਅੰਕਰ ਜਾਂ ਪ੍ਰਗਟੇ। ਜਦੋਂ ਪੂਰਬਲੇ ਚੰਗੇ ਭਾਗ ਪ੍ਰਗਟ ਹੁੰਦੇ ਆ ਨਾ, ਫਿਰ ਉਹਨਾਂ ਦੀ ਸੰਗਤ ਮਿਲਦੀ ਆ ਸਾਨੂੰ। ਭੇਟਿਓ ਪੁਰਖ ਰਸਕ ਬੈਰਾਗੀ, ਉਦੋਂ ਨਾਮ ਜਪਣ ਵਾਲੇ ਰਸੀਆਂ ਦੀ ਸੰਗਤ ਹੁੰਦੀ ਆ। ਉਦੋਂ ਨਾਮ ਜਪਣ ਵਾਲਿਆਂ ਦੀ ਸੰਗਤ ਹੁੰਦੀ ਆ ਜਦੋਂ ਸਾਡੇ ਪੂਰਬਲੇ ਚੰਗੇ ਭਾਗ ਉਗੜਦੇ ਆ। ਅੰਕੁਰ ਹੁੰਦਾ ਹੈਗਾ ਬੀਜ ਦਾ ਫੁੱਟਣਾ। ਜਦੋਂ ਕੋਈ ਚੰਗਾ ਕਰਮ ਫੁੱਟਦਾ ਤਾਂ ਰੱਬ ਦੇ ਪਿਆਰਿਆਂ ਦੀ ਸੰਗਤ ਹੁੰਦੀ ਹੈ, ਤਾਂ ਬ੍ਰਹਮ ਗਿਆਨੀ ਮਿਲਦੇ ਆ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਪੀਆ, ਅੰਮ੍ਰਿਤ ਸਹਿਜ ਸੁਣਾਵਣਿਆ। ਹੁਣ ਅੱਗੇ ਗੱਲ ਕਰਦੇ ਆ ਦੂਸਰਿਆਂ ਦੀ। ਮਨ ਮੁਖ ਭੂਲਾ ਦੂਜੈ ਭਾਏ ਖੁਆਏ, ਜਿਹੜਾ ਮਨ ਦੇ ਮਗਰ ਚੱਲਦਾ। ਗੁਰਮੁਖਾਂ ਦੀ ਗੱਲ ਕਾਫੀ ਹੋ ਗਈ, ਹੁਣ ਉਹਨਾਂ ਦੀ ਗੱਲ ਕਰੀਏ ਜਿਹੜੇ ਗੁਰੂ ਨੂੰ ਨਾ ਮਿਲ ਕੇ ਮਨ ਮਰਜ਼ੀ ਕਰਦੇ ਆ, ਮਨ ਮੱਤ ਮਗਰ ਚੱਲਦੇ ਆ। ਉਹ ਖੁਆਰ ਹੁੰਦੇ ਆ। ਗੁਰੂ ਨੂੰ ਛੱਡ ਕੇ ਦੂਜੇ ਪਾਏ। ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੋ ਹੈ ਭਾਏ ਬਗੁਚੀਐ ਗਲ ਪਈ ਸੋ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ, ਰੈਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਉਹ ਦੁਨੀਆ ਵਿੱਚੋਂ ਨਿਰਾਸ਼ ਚਲੇ ਜਾਂਦੇ ਆ। ਮਨਮੁਖ ਭੂਲਾ ਦੂਜੈ ਭਾਏ ਖੁਆਏ, ਨਾਮ ਨਾ ਲੇਵੈ ਮਰੈ ਬਿਖ ਖਾਏ। ਬਿਖ ਹੁੰਦਾ ਜ਼ਹਿਰ, ਭਾਵ ਅਗਿਆਨਤਾ ਵਸ ਹੀ ਆਪਣਾ ਜੀਵਨ ਖਰਾਬ ਕਰ ਜਾਂਦਾ, ਮਰ ਜਾਂਦਾ, ਖਤਮ ਹੋ ਜਾਂਦਾ। ਮਨ ਮਗਰ ਲਾ ਕੇ ਮਨੁੱਖ ਮਨਮੁਖ ਭੂਲਾ ਦੂਜੇ ਭਾਏ ਖੁਆਏ। ਜਿਹੜਾ ਮਨਮੁਖ ਹੈ ਉਹ ਪਰਮੇਸ਼ਰ ਨੂੰ ਭੁਲਾ ਕਰਕੇ, ਗੁਰੂ ਨੂੰ ਭੁਲਾ ਕਰਕੇ ਦੂਜੇ ਭਾਏ, ਦੂਜੇ ਥਾਵਾਂ 'ਤੇ ਲੱਗਦਾ। ਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਦੂਜੇ ਭਾਏ ਖੁਆਏ। ਖੁਆਰ ਹੁੰਦਾ, ਖੁਆਏ ਭਾਵ ਖੁਆਰ ਹੁੰਦਾ। ਨਾਮ ਨਾ ਲੇਵੈ ਮਰੈ ਬਿਖ ਖਾਏ, ਨਾਮ ਨਹੀਂ ਜਪਦਾ ਗਾ, ਮਨਮਤ ਦੀਆਂ ਗੱਲਾਂ ਵਿੱਚ ਭਟਕਦਾ ਰਹਿੰਦਾ। ਦਸਵੇਂ ਪਾਤਸ਼ਾਹ ਜੀ ਨੇ ਬੜੇ ਸਖਤ ਬਚਨਾਂ ਵਿੱਚ ਕਿਹਾ, ਜਵਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਇਹ ਬਾਹਮਣੀ ਕਰਮਕਾਂਡਾਂ 'ਚ ਪੈ ਗਿਆ, ਫਿਰ ਮੈਨੂੰ ਇਹਨਾਂ 'ਤੇ ਕੋਈ ਭਰੋਸਾ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮਨਮੁਖ ਭੂਲਾ ਦੂਜੈ ਭਾਏ ਖੁਆਏ, ਨਾਮ ਨਾ ਲੇਵੈ ਮਰੈ ਬਿਖ ਖਾਏ। ਆਂਡਿਨ ਸਦਾ ਬਿਸ਼ਟਾ ਮਹਿ ਵਾਸਾ। ਬਿਸ਼ਟਾ ਮਹਿ ਵਾਸਾ, ਗੰਦਗੀ ਵਿੱਚ ਵਾਸਾ, ਮਤਲਬ ਸੁਰਤ ਦਾ ਮਾੜੇ ਖਿਆਲਾਂ ਵਿੱਚ ਫਸਣਾ। ਉਸ ਤੋਂ ਬਾਅਦ ਜਦ ਸਰੀਰ ਛੱਡੇਗਾ ਫਿਰ ਟੇਢੀਆਂ ਜੂਨਾਂ ਤਿਆਰ ਹੈ। ਅਤੇ ਟੇਢੀਆਂ ਜੂਨਾਂ ਜਿਹੜੀਆਂ ਵੀ ਹਨ ਮਨੁੱਖ ਨੂੰ ਛੱਡ ਕੇ ਸਭ ਮਿੱਟੀ 'ਚ ਹੀ ਰੁਲਦੀਆਂ। ਚਾਹੇ ਪਸ਼ੂਆਂ ਦੀ ਗੱਲ ਲੈ ਲਓ, ਚਾਹੇ ਗੁਰੂ ਪਿਆਰਿਓ ਸੱਪਾਂ ਦੀ ਗੱਲ ਲੈ ਲਓ,
ठूहियां की गल लै लो, किरलियां की गल लै लो, गंदगी के कीड़ियां की गल लै लो, आ भूंड जिहड़ा गोहे च रहिंदा। भाव ये जीव जिहड़ा है जदों अपने जीवन विच परमेश्वर नूं नहीं सिमरदा ते अखीर ये गंदगी का विष्टा का कीड़ा बनता है। अन दिन सदा विष्टा मैं वासा, मनुखा जन्म विच रहिंदा होया भी दिमाग विच माड़ी सोच रखनी, ये भी गंदगी विच वासा ही है, क्योंकि सुरत करके सब कुछ करते हैं। चंगी सुरत है, चंगी सोच है तो साडा परमेश्वर के घर विच वासा है, माड़ी सोच है तो मनमुखता विच वासा है, विषय विकारां विच वासा है। सुरत का ही वासा है ना, सुरत विच पुण्य भी हो सकता है, पाप भी हो सकता है। सुन विच सुरत विच गुरु प्यारिओ कामनावां वासनावां भी हो सकदियां हैं, ते सुरत विच दूसरे का भला करना भी हो सकता है। भाव जैसा वेखै तैसा वेख, जिहो जा ये वेखदा है उहे जा हो जाता है, जिहो जा अंदरों है उहे जा बाहरों फिर दिखाई भी दिंदा। प्रीतम जी कहते अन दिन सदा विष्टा मैं वासा, बिन सेवा जन्म गवावणिया। ते अपना जीवन जिहड़ा है बिना सेवा सिमरन तो खराब कर लैंदा, जन्म गवा लैंदा। अमृत पीवै जिसनो आप पियाए। इन्नी गल करके मनुख नूं समझाया। अगे फिर हुण पातशाह परमेश्वर अगे बेनती करदे आ, महाराज तू किरपा कर, जिन्हां ते तू किरपा करके ये दात देवें उन्हां नूं मिलनी आ। हुण जोर थोड़ा ही चलदा। दात है दात रखी हथ अपने, जिस भावै तिस देई। अमृत पीवै जिसनों आप पियाए, जिन्हां ते दया करके अमर दी दात बख्श दिंदा। गुर प्रसादी सहज लिव लाए, गुरु दी किरपा नाल सहज अवस्था विच जुड़ जाता। जिसनों अमर दी कणी वो अमर दी बूंद मिल जाती। पहलां बाहरों 5 प्यारिਆਂ कोलों लैने आ, गुरु घर च दाखला लैने आ, फिर असीं उन्हां दी गल मन के सिमरन करदे आ तां वो अमर दी बूंद अंदरों मिलदी आ। कहंदे जिन्हां नूं सतगुरु वो अमर दी बूंद बख्श देवे, गुर प्रसादी सहज लिव लाए। गुरु की किरपा सदका वो सहज अवस्था नूं प्राप्त हो जाते हैं। उन्हां दा परमेश्वर नाल ध्यान जुड़ जाता। पूरन पूर रहा सब आपे, ते उन्हां नूं हर पासे वो दिखाई दिंदा, जिस तरह भगत नामदेव जी नूं दिखाई देना। शुरुआत उन्हां दी बचपन तो होई, जदों उन्हां दे बजुर्गां ने एक दिन उहनूं कहा कि पुत्र मैं तां चलिया घरां ते तूं ठाकरां नूं भोग लवाई। ते रोजाना लंबे समय तो उन्हां दे बजुर्ग मंदिर दे विच दुੱਧ लैके जाते आ, दुੱਧ चढ़ा के आउंदे आ। पर ये भगत नामदेव उस वेले बचपन बेसी बड़ा निरछल निर्वैर साफ मन, ते उन्हां ने दुੱਧ वाली गड़वी लई, कटोरा लिया, लैके दुੱਧ पहुँच गए ठाकरां दे कोल। जैसा भी उन्हों का वातावरण सी मंदिर विच, कुदरती रब की करनी ऐसी हुई। उधर कहते पुजारी मंदिर विच नहीं सी, ते भगत जी जा बैठे, कृष्ण की मूर्ति लगी आ ते उहदे सामने जाके धरता। दूध कटोरा गड़वै पानी, कपल गाए नामै दोहे आणी। दूध पियो गोबिंदै राय, दूध पियो मेरे मनपति आए, नहीं तो घर को वापर साई। हुण बच्चा निर्वैर निरछल रख के मूहरे पानी वाली गड़बी ते कटोरे च दुੱਧ, कहना जी दुੱਧ छको। हुण उत्थे जे तां पंडित हुंदा ते चक के दुੱਧ अपनी बाल्टी च पा लैंदा, पर भगत जी नूं की पता सीगा। वो तां सामने बैठे, बड़ा सुंदर सरूप बने आ, बड़ी सोहनी मूर्ति बनी आ कृष्ण जी दी। बैठा मिन्नतां करी गया, महाराज दुੱਧ पी लो।
ਕਾਫੀ ਸਮਾਂ ਲੱਗ ਗਿਆ। ਤੁਸੀਂ ਰੋਜ਼ ਮੇਰੇ ਬਾਪੂ ਤੋਂ ਪੀਂਦੇ ਹੋ, ਅੱਜ ਕੀ ਹੋ ਗਿਆ? ਪਤਾ ਹੀ ਨਹੀਂ ਸੀ ਇਸ ਗੱਲ ਦਾ। ਭਗਤ ਬੱਚਾ ਸੀਗਾ, ਪਰਮੇਸ਼ਰ ਦਾ ਪਿਆਰਾ, ਛੋਟੀ ਉਮਰ। दूध पियो गोबिंदा राय, नहीं तो घर को बाप रसाए। तुसी पींदे क्यों नहीं गए? मेरा बापू गुस्से हो जाऊगा, भोग नहीं लवा के आया तू। तो फिर की होया? उत्थे परमेश्वर नूं भगत जी का ये प्यार बड़ा चंगा लगे। नहीं तो घर को बाप रसाए, दूध पियाए भगत घर गया, नामे हर का दर्शन पया। नामै देख नारायण हसे। परमेश्वर का ਸਰੂਪ कहते उस वेले उत्थे परमेश्वर प्रगट हो गए, खुश हो गए, हस पे। एक भगत मेरा हिरदा वसे, मैनू तेरे वर्गी प्रेमा भगती चंगी लगती आ। इस गल ते 10वें पातशाह ने मोहर लाती। साच कहो सुन लिहो सब है, जिन प्रेम कियो तिन ही प्रभ पाए। ਬੱਚਾ ਸੀਗਾ, ਉਹਨੇ ਨਹੀਂ ਉੱਥੇ ਪਰਖ ਕੀਤੀ ਬਈ ਮੇਰੇ ਸਾਹਮਣੇ ਮੂਰਤੀ ਹੈ ਪੱਥਰ ਦੀ, ਇਹ ਕਿਵੇਂ ਪੀਊਗੀ। ਉਹ ਤਾਂ ਬਸ ਮਿੰਨਤਾਂ ਕਰਨ ਲੱਗ ਪਿਆ, ਮਹਾਰਾਜ ਦੁੱਧ ਪੀ ਲਓ ਨਹੀਂ ਤਾਂ ਬਾਪੂ ਗੁੱਸੇ ਹੋ ਜਾਊਗਾ। दूध पियो मेरो मन पति आए, नामै देख नारायण हसे। नाले चक के दुध पी लिया, नाले हस पे। एक भगत मेरा हिरदा वसे। वो जिहड़े पहले दर्शन होए ना भगत नामदेव नूं, सारी उम्र नहीं भुल्ले। कोई भी घटना घटदी है उन्होंने उही स्वरूप दिखाई दिंदा सामने। कुत्ता रोटियां चक के लै गया, असीं तां डंडा मारदे हां, पर भगत जी मगर देसी घ्यो वाला भांडा लैके भज ले। ठाकुर रुखी ना खायो, अपना बांटा लैके जायो। रोटियां रुखियां ना खायो, नाल घ्यो लै लो। कहो सतनाम श्री जी। उन्होंने एक बार यात्रा ते जांदियां घोड़े की चिंतन कर लिया भी घोड़ी हुंदी जां घोड़ा हुंदा तां सौखे यात्रा हो जाती। घोड़ी का ख्याल कर लिया तो परमेश्वर एक थानेदार का रूप धार के घोड़ी ते चढ़ के आ गया। कहना हो रहा भाई। भगत जी हथ बन के कोले जा वड़े, हाँ दसो जी। मेरी घोड़ी सूपी आ, बछेरा चाके का निक्का हजे। भगत जी सोचन लगे भी हुणे फुरना बनिया सीगा घोड़ी का, भी जे घोड़ी हुंदी यात्रा सौखी हो जाती होवे ना, तो मेरा फुरना ये सुन लिया परमेश्वर ने, ठाकुर ने। और ये घोड़ी वाला कोई थानेदार नहीं, आप मालिक ही है। कहो सतनाम। तो उत्थे फिर भगत जी ने की कहा, तेरी पग बड़ी सोहनी है। वो तुरले वाली पग बन्नी है, थानेदारां वाली, मुगल थानेदारां वाली। तेरी पग बड़ी सोहनी है, खुशखबरी खुशखबरी। तेरी वंगार, ये वंगार पाउंदी है ना पुलिस वाले, चलो यह काम करके आ। वंगार पाती, चल बछेरा चक मेरी घोड़ी का। कहो सतनाम श्री। तेरी वगारी बड़ी चंगी आ, भाव तू जिहड़ा काम दस्सिया भी चंगा है। तेरी पग भी सोहनी है, तू बोलदा भी मिठा है। वो तो झिड़की जाता, चल छेती कर चक। पर मैनू एक समझ नहीं आती बई द्वारका नगरी कृष्ण की नगरी है, इत्थे मुगलों का की काम आ? द्वारका नगरी काहे के मुगल, इत्थे तो कृष्ण का राज चलदा। तो इत्थे जिहड़ी है ये फौज जां सिपाही जां थानेदार ये मुगल किवें हो सकते हैं? द्वारका नगरी काहे के मुगल, मैं तेनू सियाण लिया। उत्थे भी कहते मैं तेनू सियाण लिया। असपत गजपत नरह नरिंद, नामे के स्वामी मीर मुकंद, तू कृष्ण है। भेस बदल के आए हैं। तो कहते फिर हस पे, हस के कहते वो तू मैनू इत्थे भी पछाण लिया। कहते जो कहता घट घट मैं हरजू बसै, संतन कहो पुकार, फिर तो कित्थे नहीं। गल तां साडे मनण दी आ। कहो सतनाम। जिन्हां ने मन लिया उन्हां ने पा लिया। तो इस करके प्रीतम जी कह रहे सी अमृत पीवै जिसनों आप पियाए, जिन्हां ते वो किरपा करदा वो नाम दी कणी। किनका एक जे जी बसावै, ताकि महिमा, कणी ना आवै। जिन्हां नूं वो पिया दिंदा
ਗੁਰ ਪ੍ਰਸਾਦੀ ਸਹਿਜ ਲਿਵ ਲਾਏ। ਉਹ ਸ਼ਾਂਤੀ ਵੀ ਚਲੇ ਜਾਂਦੇ ਆ, ਸਹਿਜ ਅਵਸਥਾ ਵੀ ਚਲੇ ਜਾਂਦੇ ਆ, ਪਰਮੇਸ਼ਰ ਨਾਲ ਜੁੜ ਜਾਂਦੇ ਆ, ਲਿਵ ਲੱਗ ਜਾਂਦੀ ਆ, ਉਹਨਾਂ ਨੂੰ ਹਮੇਸ਼ਾ ਉਹੀ ਦਿਖਾਈ ਦਿੰਦਾ। ਇਹੋ ਜਿਹੇ 72 ਕਲਾ, 72 ਜੁਗਤਾਂ, 72 ਵਾਰੀ ਭਗਤ ਨਾਮਦੇਵ ਜੀ ਨੂੰ ਦਰਸ਼ਨ ਹੋਏ ਅਲੱਗ-ਅਲੱਗ ਤਰ੍ਹਾਂ ਦੇ ਨਾਲ। ਪਰ ਵਿੱਚੋਂ ਉਹਨਾਂ ਨੇ ਉਹੀ ਵੇਖਿਆ ਜਿਵੇਂ ਭਾਈ ਕਨ੍ਹਈਆ ਜੀ ਜਿੱਥੇ ਆਪਣੀ ਫੌਜ ਨੂੰ ਪਾਣੀ ਪਿਆਉਂਦੇ ਆ, ਉੱਥੇ ਮੁਗਲਾਂ ਦੀ ਫੌਜ ਨੂੰ ਵੀ ਪਾਣੀ ਪਿਆਉਂਦੇ ਆ। ਕੁਝ ਸ਼ਿਕਾਇਤੀਆਂ ਨੇ ਸ਼ਿਕਾਇਤ ਲਾਤੀ। 10ਵੇਂ ਪਾਤਸ਼ਾਹ ਨੇ ਪੁੱਛਿਆ, ਕੀ ਗੱਲ ਭਾਈ ਤੂੰ ਦੁਸ਼ਮਣ ਨੂੰ ਪਾਣੀ ਪਿਆਉਣਾ? ਨਾ ਮਹਾਰਾਜ, ਮੈਂ ਤਾਂ ਬੁੱਕ ਵੇਖਦਾ, ਮੈਨੂੰ ਤਾਂ ਤੁਹਾਡਾ ਬੁੱਕ ਲੱਗਦਾ, ਤੁਸੀਂ ਦਿਖਾਈ ਦਿੰਦੇ ਹੋ, ਮੈਂ ਤਾਂ ਤੁਹਾਨੂੰ ਹੀ ਪਿਆਉਣਾ। ਅਤੇ ਗੁਰੂ ਸਾਹਿਬ ਨੇ ਵੀ ਝਿੜਕਿਆ ਨਹੀਂ, ਕਹਿੰਦੇ ਚੰਗਾ ਫਿਰ ਜੇ ਮੈਨੂੰ ਪਾਣੀ ਪਿਆਉਣਾ ਤੇ ਮੇਰੇ ਪੱਟੀਆਂ ਵੀ ਕਰ ਦਿਆ ਕਰ, ਆ ਮਲਮ ਪੱਟੀ ਵੀ ਰੱਖ ਲਾ। ਉੱਥੋਂ ਆ ਰੈੱਡ ਕਰਾਸ ਚੱਲੇ ਆ, ਜਿਹਨੂੰ ਅੰਗਰੇਜ਼ੀ ਵਿੱਚ ਫਸਟ ਏਡ ਕਹਿੰਦੇ ਆ, ਭਾਵ ਕਿਸੇ ਜ਼ਖਮੀ ਨੂੰ, ਕਿਸੇ ਬਿਮਾਰ ਨੂੰ ਸ਼ੁਰੂਆਤੀ ਥੋੜ੍ਹਾ ਬਹੁਤਾ ਓੜ ਪੋੜ ਕਰਕੇ ਇਲਾਜ ਦੇ ਕੇ ਫਿਰ ਡਾਕਟਰ ਕੋਲੇ ਪਹੁੰਚਾਉਣਾ। ਫਸਟ ਏਡ, ਰੈੱਡ ਕਰਾਸ, ਇਹ ਉੱਥੋਂ ਚੱਲੇ ਆ ਭਾਈ ਕਨ੍ਹਈਆ ਜੀ ਤੋਂ। 10ਵੇਂ ਪਾਤਸ਼ਾਹ ਜੀ ਨੇ ਇਸ ਨੂੰ ਚਾਲੂ ਕੀਤਾ। ਲੈ ਫਿਰ ਆ ਮੱਲਮ ਪੱਟੀ ਦਾ ਵੀ ਬਕਸਾ ਫੜ, ਮੇਰੇ ਮੱਲਮ ਪੱਟੀ ਵੀ ਕਰ ਦਿਆ ਕਰ। ਕਹੋ ਸਤਨਾਮ ਸ੍ਰੀ। ਭਾਵ ਜ਼ਖਮੀਆਂ ਵਿੱਚੋਂ ਵੀ ਗੁਰੂ ਦਿਖਾਈ ਦੇਣ ਲੱਗੇ। ਖੈਰ ਆਖਰੀ ਪੰਕਤੀਆਂ ਵਿੱਚ ਪ੍ਰੀਤਮ ਜੀ ਕਹਿੰਦੇ, ਗੁਰ ਪ੍ਰਸਾਦੀ ਸਹਿਜ ਲਿਵ ਲਾਏ। ਗੁਰੂ ਦੀ ਕਿਰਪਾ ਸਦਕਾ ਉਹ ਸਹਿਜ ਅਵਸਥਾ ਵਿੱਚ ਚਲੇ ਜਾਂਦੇ ਆ, ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਆ। ਪੂਰਨ ਪੂਰ ਰਿਹਾ ਸਭ ਆਪੇ, ਹਰ ਥਾਂ 'ਤੇ ਉਹ ਦਿਖਾਈ ਦੇਣ ਲੱਗ ਜਾਂਦਾ। ਪੂਰਨ ਹਰ ਥਾਂ 'ਤੇ ਵਸਿਆ ਹੋਇਆ। ਰਿਹਾ ਸਭ ਆਪੇ ਗੁਰਮਤਿ ਨਦਰੀ ਆਵਣਿਆ। ਪਰ ਨਜ਼ਰ ਆਉਂਦਾ ਗੁਰੂ ਦੀ ਮੱਤ ਨਾਲ, ਜਿਵੇਂ ਭਾਈ ਕਨ੍ਹਈਏ ਨੂੰ ਆਇਆ, ਜਿਵੇਂ ਭਗਤ ਨਾਮਦੇਵ ਨੂੰ ਆਇਆ, ਜਿਵੇਂ ਭਗਤ ਕਬੀਰ ਸਾਹਿਬ ਨੂੰ ਆਇਆ, ਜਿਵੇਂ ਭਗਤ ਧੰਨੇ ਨੂੰ ਆਇਆ, ਜਿਵੇਂ ਭਗਤ ਪੀਪੇ ਨੂੰ ਨਜ਼ਰ ਆਇਆ। ਇਹ ਤਾਂ ਗੁਰਮਤਿ ਗੁਰੂ ਦੀ ਮੱਤ ਲੈ ਕੇ ਸਮਝ ਆਊਗੀ। ਤੋ ਇਸ ਕਰਕੇ ਜਿਹੜੇ ਅਮਰ ਦੀ ਗੱਲ ਕਰਦੇ ਹੋ, ਉਹ ਅੰਮ੍ਰਿਤ ਵੀ ਗੁਰਮਤਿ ਨਾਲ ਮਿਲੂਗਾ। ਕਹੋ ਸਤਨਾਮ ਸ੍ਰੀ। ਪਿਛਲੇ 2 ਸ਼ਬਦਾਂ ਦੇ ਵਿੱਚ ਤੀਜੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਗੱਲ ਕੀਤੀ ਆ। ਅਤੇ ਜਿੱਦਾਂ ਅੰਮ੍ਰਿਤ ਮਿਲ ਗਿਆ ਉਹਦੇ ਫਿਰ ਨਜ਼ਰ ਹੀ ਬਦਲੀ ਜਾਣੀ ਆ। ਨਾਨਕ ਇਹ ਅਖੜੀਆਂ ਬੇਅੰਨ, ਨਾਨਕ ਉਹ ਅਖੜੀਆਂ ਬੇਅੰਨ ਜਿਨੀ ਦਿਸੰਦੋ ਮਾਂ ਪਿਰੀ, ਜਿਨ੍ਹਾਂ ਦੇ ਰਾਹੀਂ ਮੇਰਾ ਮਾਲਕ ਦਿਖਾਈ ਦਿੰਦਾ। ਆਪੇ ਆਪ ਨਿਰੰਜਨ ਸੋਈ। ਹਰ ਥਾਂ 'ਤੇ ਉਹ ਰੰਗ ਰੂਪ ਤੋਂ ਰਹਿਤ ਨਿਰੰਜਨ, ਭਾਵ ਜੋ ਕਾਲਾ ਨੀਲਾ ਕੁਛ ਵੀ ਨਹੀਂ ਹੈ, ਜੋ ਰੰਗ ਰੂਪ ਤੋਂ ਰਹਿਤ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ, ਨਾਹਿਨ ਜੇ ਰੂਪ ਰੰਗ ਅਰ ਰੇਖ ਭੇ, ਕੋ ਕਹਿ ਨਾ ਸਕਤ ਕਹੇ। ਉਹ ਜਿਹੜਾ ਰੰਗ ਰੂਪ ਤੋਂ ਰਹਿਤ ਪਰਮੇਸ਼ਰ ਹੈ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ। ਜਿਨ੍ਹਾਂ ਨੇ ਸਾਨੂੰ ਸਾਜਿਆ ਉਹੀ ਸੰਭਾਲਣ ਵਾਲਾ ਹੈ। ਨਮੋ ਸਰਬ ਕਾਲੇ, ਨਮੋ ਸਰਬ ਪਾਲੇ। ਸਭ ਨੂੰ ਪਾਲਣ ਵਾਲਾ ਵੀ ਉਹ ਹੈ, ਬਣਾਉਣ ਵਾਲਾ ਵੀ ਉਹ ਹੈ, ਅਤੇ ਕਾਲ ਵੀ ਉਹ ਹੈ, ਮਾਰਨ ਵਾਲਾ ਵੀ ਉਹ ਹੀ ਆ। ਕਹੋ ਸਤਨਾਮ ਸ੍ਰੀ। ਜਾ ਕੋ ਰਾਖੈ ਸਾਈਆਂ ਤਾ ਕੋ ਮਾਰ ਨਾ ਸਕੈ ਕੋਏ। ਅਤੇ ਜਿਸ ਨੂੰ ਉਹ ਨਹੀਂ ਮਾਰਨਾ ਚਾਹੁੰਦਾ ਉਹਨੂੰ ਕੋਈ ਮਾਰ ਨਹੀਂ ਸਕਦਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਲਿਹੋ ਉਵਾਰੀ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਕੋਈ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਤਾਂ ਤੇ ਮਨਾ ਆ ਗੁਰੂ ਨਾਨਕ ਦੇ ਬਖਸ਼ੇ ਨਾਮ ਨੂੰ ਸੰਭਾਲੀਏ। ਸੰਭਾਲਣਾ ਹੁੰਦਾ ਸਿਮਰਨਾ, ਯਾਦ ਕਰਨਾ। ਜਿਵੇਂ ਤੁਸੀਂ ਆ ਮੱਥਾ ਟੇਕਦੇ ਉੱਠਦੇ ਵੇਖਦੇ ਹੋ ਮੋਬਾਈਲ ਤਾਂ ਨਹੀਂ ਡਿੱਗ ਪਿਆ। ਜਿਵੇਂ ਕਿਸੇ ਯਾਤਰਾ ਵਿੱਚ ਜਾਂਦੇ ਹੋਏ ਬਾਰ-ਬਾਰ ਆਪਣੇ ਖੀਸੇ ਵਿੱਚ ਹੱਥ ਪਾਉਣੇ ਹੋ, ਕੋਈ ਮਹਿੰਗੀ ਚੀਜ਼ ਜੇ ਪਾਈ ਹੋਵੇ, ਬਾਰ-ਬਾਰ ਦੇਖਦੇ ਹੋ ਟੋਹ ਕੇ, ਡਿੱਗ ਤਾਂ ਨਹੀਂ ਪਈ, ਕਿਤੇ ਹੈਗੀ ਆ। ਇਸੇ ਤਰ੍ਹਾਂ ਹੀ ਇਹ ਕੀਮਤੀ ਹੀਰਾ ਹੈ ਪਰਮੇਸ਼ਰ ਦਾ ਨਾਮ। ਨਾਨਕ ਨਾਮ ਸੰਭਾਲ ਸਦਾ ਤੂੰ ਸਿੱਖਾ। ਤੂੰ ਇਹ ਨਾਮ ਨੂੰ ਸੰਭਾਲਿਆ ਕਰ, ਭਾਵ ਯਾਦ ਕਰਿਆ ਕਰ। ਭੁੱਲ ਤਾਂ ਨਹੀਂ ਗਿਆ ਕਿਤੇ, ਸੁਰਤ ਵਿੱਚੋਂ ਵਾਹਿਗੁਰੂ ਬੰਦ ਤਾਂ ਨਹੀਂ ਹੋ ਗਿਆ ਕਿਤੇ, ਸੁਰਤ ਵਿੱਚ ਪਰਮੇਸ਼ਰ ਦਾ ਧਿਆਨ ਚੱਲ ਰਿਹਾ ਹੈ। ਨਾਨਕ ਨਾਮ
ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ। ਇਉਂ ਨਾਮ ਜਪਦਾ ਜਪਦਾ ਸਹਿਜੇ ਹੀ ਉਹ ਸੱਚ ਦੇ ਵਿੱਚ ਸਮਾ ਜਾਵੇਗਾ, ਮਿਲ ਜਾਵੇਗਾ। ਇਸੀ ਪਵਿੱਤਰ ਸ਼ਬਦ ਦੇ ਵਿਚਾਰ ਅਗਲਾ ਸ਼ਬਦ ਚੱਲਦਾ ਹੈ, ਮਾਝ ਮਹੱਲਾ ਤੀਜਾ। ਸੇ ਸੱਚ ਲਾਗੇ ਜੋ ਤੁਧ ਭਾਏ। ਹੁਣ ਪਰਮੇਸ਼ਰ ਨਾਲ ਕੌਣ ਜੁੜਦੇ ਆ? ਭਾਵੇਂ ਕਿ ਸਤਿਗੁਰ ਨੇ ਸਮਝਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਗਿਆਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ, ਬੇਅੰਤ ਗਿਆਨ ਬਖਸ਼ਿਸ਼ ਕੀਤਾ ਹੈ ਆਪਣੇ ਜੀਵਨ ਦੀਆਂ। ਗੁਰੂ ਪਿਆਰਿਓ, ਸਾਰੀਆਂ ਜਾਣਕਾਰੀਆਂ ਸਾਡੇ ਸਾਹਮਣੇ ਰੱਖਤੀਆਂ ਗੁਰਬਾਣੀ ਦੇ ਵਿੱਚ, ਜੋ ਉਹਨਾਂ ਨੇ ਜਾਣਿਆ ਸਾਡੇ ਵਾਸਤੇ ਲਿਖ ਦਿੱਤਾ। ਪਰ ਫਿਰ ਅੱਗੇ ਲਿਖਦੇ ਹਨ, ਇਹ ਤਾਂ ਜਿਨ੍ਹਾਂ ਨੂੰ ਪਰਮੇਸ਼ਰ ਲਾਵੇ ਚਰਨੀ ਉਹੀ ਲੱਗਦੇ ਆ। ਸੇ ਸੱਚ ਲਾਗੇ ਜੋ ਤੁਧ ਭਾਏ, ਜਿਹੜੇ ਉਹਨੂੰ ਭਾ ਗਏ, ਜਿਹੜੇ ਉਹਨੂੰ ਚੰਗੇ ਲੱਗ ਗਏ। ਸਦਾ ਸੱਚ ਸੇਵੈ ਸਹਿਜ ਸੁਭਾਏ, ਉਹਨਾਂ ਤੇ ਹੋਰ ਵੀ ਕਿਰਪਾ ਕਰਦਾ, ਉਹ ਹੋਰ ਸਿਮਰਦੇ ਹਨ ਸਹਿਜ ਸੁਭਾਏ। ਸੁਤੈ ਸਿੱਧ ਸੱਚੇ ਸ਼ਬਦ ਸੱਚਾ ਸਲਾਹੀ, ਉਹ ਸੱਚੇ ਸ਼ਬਦ ਨਾਲ ਸੱਚੇ ਨੂੰ ਸਲਾਹੁੰਦੇ ਹੈ। ਭਾਵ ਜੀ ਦਾ ਨਾਮ ਲਵੇਂਗਾ, ਆਪਾਂ ਉਸੇ ਨੂੰ ਸਲਾਹ ਰਹੇ ਹਾਂ ਨਾ। ਵਾਹਿਗੁਰੂ ਕਹਾਂਗੇ ਤਾਂ ਵਾਹਿਗੁਰੂ ਨੂੰ ਸਲਾਹ ਰਹੇ ਹਾਂ। ਧੰਨ ਗੁਰੂ ਨਾਨਕ ਕਹਾਂਗੇ ਤੇ ਗੁਰੂ ਨਾਨਕ ਦੇਵ ਜੀ ਦਾ ਉਹ ਸਰੂਪ ਯਾਦ ਆਵੇਗਾ। ਧੰਨ ਗੁਰੂ ਗੋਬਿੰਦ ਸਾਹਿਬ ਕਹਾਂਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਯਾਦ ਆਉਣਗੇ। ਸੱਚੇ ਸ਼ਬਦ ਸੱਚਾ ਸਲਾਹੀ, ਸੱਚਾ ਮੇਲ ਮਿਲਾਵਣਿਆ, ਉਸ ਦੇ ਨਾਮ ਨਾਲ ਉਹਦੀ ਸਲਾਹਤਾ ਕਰਦੇ ਆ ਤੇ ਅਖੀਰ ਉਹ ਸੱਚਾ ਉਹਨਾਂ ਨੂੰ ਵਿੱਚ ਮਿਲਾ ਲੈਂਦਾ। ਖੈਰ, ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰਵਾਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ